ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਬੇहद ਅਹਿਮ ਖਬਰ ਦੇ ਉੱਤੇ ਚਰਚਾ ਕਰਾਂਗੇ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਬਣਾਈ ਗਈ ਬਰਗਾੜੀ ਗੋਲੀकांड ਦੀ ਜਾਂਚ ਲਈ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਜਿਹੜੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਲਗਾਤਾਰ ਜਿਹੜਾ ਹੈ ਸੁਰਖੀਆਂ 'ਚ ਰਹੇ ਨੇ। ਉਹ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਕੋਈ ਨਾ ਕੋਈ ਖਬਰ ਆ ਕੇ ਜੁੜਦੀ ਰਹੀ ਹੈ ਔਰ ਹੁਣ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਲੰਘੇ ਕੁਝ ਦਿਨ ਪਹਿਲਾਂ ਜਿਵੇਂ ਹਾਈ ਕੋਰਟ ਨੇ ਨਵੀਂ ਸੀਟ ਬਣਾਉਣ ਦਾ ਫੈਸਲਾ ਸੁਣਾਇਆ ਸੀ ਔਰ ਕੁੰਵਰ ਵਿਜੇ ਪ੍ਰਤਾਪ ਨੂੰ ਬਿਲਕੁਲ ਲਾਂਭੇ ਕਰਨ ਦੇ ਲਈ ਕਿਹਾ ਸੀ। ਉਸ ਤੋਂ ਬਾਅਦ ਆਖਿਰਕਾਰ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ ਹੈ ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦਾ ਜਿਹੜਾ ਅਸਤੀਫਾ ਉਹ ਸਵੀਕਾਰ ਵੀ ਨਹੀਂ ਕੀਤਾ। ਇਸ ਪੂਰੀ ਖਬਰ ਦੇ ਉੱਤੇ ਸੀਨੀਅਰ ਪੱਤਰਕਾਰ ਸਾਡੇ ਨਾਲ ਇੰਦਰਪ੍ਰੀਤ ਸਿੰਘ ਮੌਜੂਦ ਨੇ। ਇਸ ਪੂਰੀ ਖਬਰ ਦੇ ਉੱਤੇ ਉਹਨਾਂ ਤੋਂ ਜਾਣਕਾਰੀ ਲਵਾਂਗੇ। ਸਰ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਬਰਗਾੜੀ ਮਾਮਲੇ 'ਚ ਲਗਾਤਾਰ ਕੁਛ ਨਾ ਕੁਛ ਅਪਡੇਟਸ ਜਿਹੜੀਆਂ ਨੇ ਆਉਂਦੀਆਂ ਰਹੀਆਂ ਨੇ। 4 ਸਾਲਾਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਖਾਸ ਤੌਰ ਤੇ ਕਾਫੀ ਹਾਈਲਾਈਟ ਰਿਹਾ। ਕਦੇ ਉਸ ਦੇ ਉੱਪਰ ਜਾਂਚ ਜਿਹੜਾ ਹੈ ਦੂਜੇ ਸਾਥੀਆਂ ਦੇ ਨਾਲ ਕਾਰਪੋਰੇਟ ਨਾ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਔਰ ਕਦੇ ਨਾ ਕਦੇ ਕੁਛ ਨਾ ਕੁਛ ਆ ਕੇ ਕੁੰਵਰ ਵਿਜੇ ਪ੍ਰਤਾਪ ਨਾਲ ਜੁੜਦਾ ਰਿਹਾ। ਪਰ ਅੱਜ ਫਾਈਨਲੀ ਉਹਨਾਂ ਨੇ ਜਿਹੜਾ ਆਪਣਾ ਅਸਤੀਫਾ ਹੈ ਨੌਕਰੀ ਤੋਂ ਹੀ ਅਸਤੀਫਾ ਜਿਹੜਾ ਉਹਨਾਂ ਨੇ ਦੇ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਨੇ ਉਹਨਾਂ ਦਾ ਅਸਤੀਫਾ ਜਿਹੜਾ ਸਵੀਕਾਰ ਨਹੀਂ ਕੀਤਾ। ਆਖਿਰਕਾਰ ਜਾਂਚ ਦੇ ਵਿੱਚ ਲਗਾਤਾਰ ਉਹਨਾਂ ਨੇ ਇਹ ਵੀ ਇੱਕ ਦਿਨ ਹਾਈਲਾਈਟ ਕੀਤਾ ਸੀ ਕਿ ਉਹਨਾਂ ਦੇ ਨਾਲ ਤਸ਼ੱਦਦ ਹੋਇਆ ਹੈ, ਬਹੁਤ ਜਿਹੜਾ ਵਿਵਹਾਰ ਹੈ ਕਰੂਰ ਵਿਵਹਾਰ ਕੀਤਾ ਗਿਆ ਹੈ। ਪਰ ਨੌਕਰੀ ਤੋਂ ਅਸਤੀਫਾ ਦੇਣਾ ਅਚਾਨਕ ਇੱਕਦਮ ਦੇਖੋ ਇਹ ਜਿਹੜਾ ਇਸ਼ੂ ਹੀ ਹੈ ਇੱਕ ਤਾਂ ਬਹੁਤ ਹੌਟ ਟੌਪਿਕ ਹੈ ਮਤਲਬ ਪੰਜਾਬ ਦਾ। ਤੁਸੀਂ ਦੇਖੋ ਕਿ ਇੱਕ ਸਰਕਾਰ ਇਹਦੇ ਤੇ ਬਣੀ ਹੈ ਮਤਲਬ ਇਸ ਇਸ਼ੂ ਦੇ ਉੱਤੇ ਮਤਲਬ 2 ਵਾਰ ਜਿਹੜੀ ਲਗਾਤਾਰ ਸਰਕਾਰ ਮਤਲਬ ਸੱਤਾ ਦੇ ਵਿੱਚ ਸੀ ਪਾਰਟੀ ਉਹ ਮਤਲਬ ਹਟ ਕੇ ਔਰ ਕਾਂਗਰਸ ਬੜੇ ਵੱਡੇ ਸਕੇਲ ਤੇ ਆਈ ਹੈ ਨਾ ਔਰ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ। 14-15 ਸੀਟਾਂ ਆਈਆਂ ਉਹਨਾਂ ਨੂੰ। ਹੁਣ ਉਹ ਇਸ਼ੂ ਜਿਹੜਾ ਹੈਗਾ ਉਹਦੀ ਜਾਂਚ ਵੀ ਓਨੀਓ ਹੀ ਮਤਲਬ ਤੁਸੀਂ ਕਹਿ ਸਕਦੇ ਵੀ ਓਨੀਓ ਹੀ ਸਰਗਰਮੀ ਰੱਖ ਰਹੀ ਹੈ। ਮਤਲਬ ਕਹਿਣ ਤੋਂ ਭਾਵ ਮੇਰਾ ਇਹ ਹੈ ਕਿ ਇਸ ਦੇ ਉੱਤੇ ਪੂਰੀ ਨਜ਼ਰ ਹੈ। ਮਤਲਬ ਇਹ ਨਹੀਂ ਹੈ ਕਿ ਜੇ ਕੁੰਵਰ ਵਿਜੇ ਪ੍ਰਤਾਪ ਮਤਲਬ ਬੇਪਟਰੀ ਹੋ ਜਾਂਦੇ ਆ ਡੀਰੇਲ ਹੋ ਗਏ ਜਾਂਚ ਤੋਂ ਤਾਂ ਉਸ ਦਾ ਬਹੁਤ ਵਿਆਪਕ ਅਸਰ ਪਏਗਾ ਉਹਨਾਂ ਦੇ ਖੁਦ ਦੇ ਕੈਰੀਅਰ 'ਤੇ ਵੀ ਔਰ ਜਿਹੜਾ ਆਪਾਂ ਕਹਿ ਲਓ ਕਿ ਪਾਰਟੀ ਦੇ ਉੱਤੇ ਵੀ ਇਹਦਾ ਬਹੁਤ ਬੁਰਾ ਅਸਰ ਪੈਣਾ। ਹੁਣ ਆਪਾਂ ਆ ਰਹੇ ਹਾਂ ਇਸ 'ਤੇ ਕਿ ਮਤਲਬ ਉਹਨਾਂ ਦਾ ਅਸਤੀਫਾ ਕਿਉਂ। ਜਿਸ ਦਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇਹ ਡਿਸੀਜਨ ਆਇਆ ਸੀ ਕਿ ਉਹਨਾਂ ਨੇ ਸਾਫ਼ ਤੌਰ 'ਤੇ ਜਿਹੜੀ SIT ਹੈ ਉਹ ਰੱਦ ਕਰਤੀ ਹੈ। ਜਿਹੜੇ ਉਹ ਪੁਲਿਸ ਦੇ ਕਰਮਚਾਰੀ ਹੈ ਗੁਰਦੀਪ ਸਿੰਘ ਪੰਧੇਰ ਉਹਨਾਂ ਨੇ ਕਿਹਾ ਕਿ ਵੀ ਇਹ ਮੈਂ ਹੀ ਸ਼ਿਕਾਇਤ ਕਰਤਾ ਸੀਗਾ ਅਤੇ ਮੇਰੇ 'ਤੇ ਹੀ ਪਰਚਾ ਕਰਤਾ ਹੈ ਕੁੰਵਰ ਵਿਜੇ ਪ੍ਰਤਾਪ ਨੇ। ਤੋ ਇਹ ਤਾਂ ਦੇਖੋ ਇੱਕ ਬਿਲਕੁਲ ਜਾਂਚ ਦਾ ਵਿਸ਼ਾ ਹੈ ਵੀ ਉਹ ਇਹ ਕੁੰਵਰ ਨੇ ਇੱਦਾਂ ਕਿਉਂ ਕੀਤਾ ਹੈਗਾ। ਉਹ ਤਾਂ ਜੋ ਚਲਾਨ ਪੇਸ਼ ਕੀਤੇ ਗਏ ਨੇ ਨੈਚੁਰਲੀ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆਉਣਗੀਆਂ ਪਰ ਹਜੇ ਤੱਕ ਸਭ ਤੋਂ ਵੱਡੀ ਗੱਲ ਹੈ ਕਿ ਉਹ ਚੀਜ਼ਾਂ ਹੀ ਸਾਰਵਜਨਿਕ ਨਹੀਂ ਹੋ ਰਹੀਆਂ ਹੈ ਨਾ। ਬਹੁਤ ਚੀਜ਼ਾਂ ਪਤਾ ਨਹੀਂ ਚੱਲ ਰਹੀਆਂ। ਤੀਸਰਾ ਇਸ ਇਸ਼ੂ ਦੇ ਨੂੰ ਲੈ ਕੇ ਇਹ ਪ੍ਰੋਬਲਮ ਹੈਗੀ ਹੈ ਕਿ ਉਹਨਾਂ ਨੇ ਵੀ ਆਪਣਾ ਜਿਹੜਾ ਸਟੇਕ ਹੈ ਮਤਲਬ ਜਿਹੜੀ ਨੌਕਰੀ ਉਹ ਸਟੇਕ 'ਤੇ ਲਗਾਈ ਹੋਈ ਹੈ। ਤੁਸੀਂ ਦੇਖੋ ਕਿਸੇ ਸਾਬਕਾ ਚੀਫ ਮਿਨਿਸਟਰ ਹੋਮ ਮਿਨਿਸਟਰ DGP ਮਤਲਬ ਅਕਸ਼ੇ ਕੁਮਾਰ ਵਰਗੇ ਜਿਹੜੇ ਸਟਾਰ ਹੈਗੇ ਆ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਮਤਲਬ ਪੁੱਛਤਾਛ ਲਈ ਬੁਲਾਉਣਾ ਉਹਨਾਂ 'ਤੇ ਸ਼ਿਕੰਜਾ ਕੱਸਣਾ ਇਹ ਕੋਈ ਆਸਾਨ ਕੰਮ ਨਹੀਂ ਹੈ। ਮਤਲਬ ਜਲਦੀ ਕੋਈ ਆਫਿਸਰ ਮਤਲਬ ਇਸ ਤਰ੍ਹਾਂ ਦਾ ਕੋਈ ਪੰਗਾ ਲੈਂਦਾ ਨਹੀਂ ਹੈ ਔਰ ਇਸ ਦੇ ਵਿੱਚ ਬੇਸ਼ੱਕ ਉਹ ਸਿੱਟ ਦੇ ਪ੍ਰਮੁੱਖ ਨਹੀਂ ਸੀ ਉਦੋਂ ਪ੍ਰਮੋਦ ਕੁਮਾਰ ਸੀਗੇ ਜਦੋਂ ਮਤਲਬ ਇਹ SIT ਦਾ ਗਠਨ ਹੋਇਆ ਤਾਂ ਲੇਕਿਨ ਫਿਰ ਵੀ ਜਿਹੜਾ ਮੇਨ ਕੰਮ ਸੀ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਹੀ ਸੀ। ਉਹੀ ਸਾਰਿਆਂ ਨੂੰ ਇਨਵੈਸਟੀਗੇਟ ਕਰ ਰਹੇ ਸੀ। ਉਹੀ ਸਾਰਿਆਂ ਜਿਹੜੀ ਕੁਐਸਚਨ ਹੈ ਉਹ ਸਾਰਾ ਉਹ ਤਿਆਰ ਕਰ ਰਹੇ ਸੀ। ਮਤਲਬ ਸਬੂਤ ਉਹ ਜੁਟਾ ਰਹੇ ਸੀ। ਸਾਰਾ ਕੁਝ ਉਹੀ ਕਰ ਰਹੇ ਆ। ਇਸ ਐਕਚੁਅਲੀ ਕੇਸ ਦੇ 3 ਹਿੱਸੇ ਹੈ। ਇੱਕ ਹਿੱਸਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ,
ਉਸ ਤੋਂ ਬਾਅਦ ਉਹਦੇ ਪੱਤਰੇ ਜਿਹੜੇ ਹੈਗੇ ਆ ਉਹ ਫਾੜ ਕੇ ਜਗ੍ਹਾ ਜਗ੍ਹਾ 'ਤੇ ਸਿੱਟਣਾ, ਉਹਦਾ ਅਪਮਾਨ। ਇੱਕ ਤਾਂ ਇਹ ਕੇਸ ਹੈ, ਇਸ ਦੇ ਉੱਤੇ ਪਰਚਾ ਅਲੱਗ ਤੋਂ FIR ਹੋਈ ਹੈ। ਫਿਰ ਇੱਕ ਕੇਸ ਹੈ ਇਸ ਬੇਦਬੀ ਨੂੰ ਲੈ ਕੇ ਜਿਹੜੇ ਰੋਸ਼ ਲੋਕ ਉੱਤੇ ਵਿਅਕਤ ਕਰ ਰਹੇ ਆ, ਉਹਨੂੰ ਉਹਨਾਂ ਉੱਤੇ ਗੋਲੀ ਚਲਾਉਣਾ, ਮਤਲਬ ਉਹਨਾਂ ਨੂੰ ਖਦੇੜਨ ਲਈ ਪੁਲਿਸ ਨੇ ਜੋ ਬਲ ਪ੍ਰਯੋਗ ਕੀਤਾ ਹੈ। ਇੱਕ ਕੇਸ ਉਹ ਹੈ। ਸਿਮਿਲਰਲੀ ਇੱਕ ਇਸੇ ਤਰ੍ਹਾਂ ਦਾ ਹੀ ਧਰਨਾ ਜਿਹੜਾ ਉਹ ਬਹਿਬਲ ਕਲਾਂ 'ਚ ਲੱਗਿਆ ਹੋਇਆ ਸੀ, ਉੱਥੇ ਵੀ ਗੋਲੀ ਚੱਲਣਾ ਔਰ ਉੱਥੇ 2 ਬੰਦਿਆਂ ਦਾ ਵੀ ਮਰਨਾ। ਤਿੰਨੋਂ ਡਿਫਰੈਂਟ ਕੇਸ ਨੇ। ਜਿਹੜਾ ਮਾਮਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੇ ਹੈ ਉਹ ਹੈ ਕੋਟਕਪੂਰਾ ਗੋਲੀ ਕਾਂਡ। ਉਹਨਾਂ ਕੋਲੇ ਬੇਦਬੀ ਵਾਲਾ ਮਾਮਲਾ ਨਹੀਂ ਹੈ। ਬੇਦਬੀ ਵਾਲਾ ਮਾਮਲਾ ਆਲਰੇਡੀ ਪਹਿਲਾਂ CBI ਕੋਲੇ ਹੈ ਅਤੇ CBI ਉਹ 'ਚ ਜਾਂਚ ਕਰ ਹੀ ਰਹੀ ਸੀ। ਉਹ ਮਤਲਬ ਉਹਨਾਂ ਨੇ ਥੋੜ੍ਹੀ ਬਹੁਤ ਜਾਂਚ ਕੀਤੀ, ਉਸ ਤੋਂ ਬਾਅਦ ਵਿੱਚ ਹੀ ਠੱਪ ਕਰਤੀ, ਫਿਰ ਅੱਗੇ ਪੂਰਾ ਸਾਲ ਚੱਲੀ ਹੀ ਨਹੀਂ, ਮਤਲਬ ਕੁਝ ਹੋਇਆ ਹੀ ਨਹੀਂ ਉਸ 'ਤੇ। ਅਤੇ ਫਿਰ ਜਦੋਂ ਇਹ ਤੇ ਉੱਤੇ ਇਸ ਗੌਰਮੈਂਟ ਨੇ ਆ ਕੇ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਬਣਾਇਆ, ਫਿਰ ਉਹਨਾਂ ਨੇ ਜਦੋਂ ਜਾਂਚ ਕੀਤੀ, ਬਹੁਤ ਸਾਰੇ ਬੰਦਿਆਂ ਨੂੰ ਬੁਲਾਇਆ ਆਪਣੇ ਕੋਲੇ, ਮਤਲਬ ਸਬੂਤ ਜੁਟਾਏ, ਤਾਂ ਉਹ ਇਸ ਨਤੀਜੇ 'ਤੇ ਪਹੁੰਚੇ ਸੀ ਕਿ ਵੀ ਇਹ ਮਾਮਲੇ ਦੇ ਵਿੱਚ ਮਤਲਬ ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਾਂ ਸੁਖਬੀਰ ਬਾਦਲ ਹੋਰਾਂ ਦੀ ਭੂਮਿਕਾ ਵੀ ਸ਼ੱਕੀ ਹੈ। ਉਹਨਾਂ ਦੇ ਲਈ ਉਸ ਕੇਸ ਦੀ ਪੂਰੀ ਜਾਂਚ ਲਈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣੀ ਜ਼ਰੂਰੀ ਹੈ, ਕਿਉਂਕਿ ਜਿਹੜਾ ਕਮਿਸ਼ਨ ਹੁੰਦਾ ਨਾ ਜੀ, ਉਹ ਜਾਂਚ ਕਰਕੇ ਤੁਹਾਨੂੰ ਮੋਟੇ ਤੌਰ 'ਤੇ ਤਾਂ ਦੱਸ ਦਿੰਦਾ ਕਿ ਇਹ ਚੀਜ਼ ਹੈ, ਉਸ 'ਤੇ ਕੇਸ ਕਰਨਾ ਬਣਦਾ, ਪਰ ਉਹ ਇਸ ਜਾਂਚ ਨੂੰ ਅਦਾਲਤ ਤੱਕ ਨਹੀਂ ਲੈ ਜਾ ਸਕਦਾ। ਅਦਾਲਤ 'ਤੇ ਤਾਂ ਕੋਈ ਏਜੰਸੀ ਲੈ ਕੇ ਜਾਏਗੀ, ਜਿਹੜੀ ਜਾਂਚ ਏਜੰਸੀ ਹੁੰਦੀ ਹੈ। ਤਾਂ ਫਿਰ ਇਸ ਕਰਕੇ ਇਹਦੀ ਜਾਂਚ ਜਿਹੜੀ ਹੈਗੀ ਹੈ ਉਹ SIT ਬਣਾ ਕੇ ਕਰਨ ਦੀ ਲੋੜ ਸੀ। ਹੁਣ ਤੁਸੀਂ ਦੇਖੋ ਕਿ ਬਹੁਤ ਇਸ ਗੱਲ 'ਤੇ ਚਰਚਾ ਰਹੀ, ਕਿਉਂਕਿ ਜਸਟਿਸ ਰਣਜੀਤ ਸਿੰਘ ਨੇ ਤਾਂ ਬਿਲਕੁਲ ਵੀ ਕਿਸੇ ਨੂੰ ਮਤਲਬ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਜਾਂ ਇਹਨਾਂ ਨੂੰ ਉਹਨਾਂ ਨੇ ਤਾਂ ਬੁਲਾਇਆ ਨਹੀਂ। ਲੇਕਿਨ ਜਦੋਂ ਉਹਨਾਂ ਨੇ ਸਵਾਲ ਛੱਡਤੇ ਕਿ ਇਹਨਾਂ ਤੋਂ ਜਾਂਚ ਕਰਨੀ ਬਣਦੀ ਹੈ, ਤਾਂ ਫਿਰ SIT ਨੇ ਇਹ ਕੰਮ ਕੀਤਾ। ਹੁਣ ਕਿਸੇ ਚੀਫ ਮਿਨਿਸਟਰ ਨੂੰ ਮਤਲਬ ਚਾਹੇ ਉਹ ਸਾਬਕਾ ਹੀ ਸੀਗੇ, ਮਤਲਬ ਸਾਬਕਾ ਚੀਫ ਮਿਨਿਸਟਰ ਨੂੰ ਜਾਂ ਹੋਮ ਮਿਨਿਸਟਰ ਨੂੰ ਜਾਂ DGP ਨੂੰ ਜਿਹੜਾ ਉਹਨਾਂ ਦਾ ਬੌਸ ਰਿਹਾ ਹੈ, ਉਹਨਾਂ ਨੂੰ ਮਤਲਬ ਸੰਮਨ ਕਰਨਾ ਇਹ ਕੋਈ ਆਸਾਨ ਕੰਮ ਨਹੀਂ ਹੈ ਜੋ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਕੀਤਾ ਹੈ। ਔਰ ਹੁਣ ਤੁਸੀਂ ਦੇਖੋ ਵੀ ਜਦੋਂ ਉਹ ਕੇਸ ਨੂੰ ਬਿਲਕੁਲ ਕਨਕਲੂਜ਼ਨ 'ਤੇ ਲੈ ਕੇ ਦੇ ਲਗਭਗ ਪਹੁੰਚ ਗਿਆ, ਇਸ ਮਾਮਲੇ 4 ਚਲਾਨ ਉਹ ਪੇਸ਼ ਕਰ ਚੁੱਕੇ ਹੈ ਫਰੀਦਕੋਟ ਮਤਲਬ ਕੋਰਟ ਦੇ ਵਿੱਚ। ਔਰ ਹੁਣ ਉਹੇ ਜਿਹੇ ਮੌਕੇ 'ਤੇ ਮਤਲਬ ਇੱਕ ਬੰਦਾ ਉੱਥੇ ਚਲਾ ਜਾਂਦਾ ਹੈ ਹਾਈ ਕੋਰਟ ਦੇ ਵਿੱਚ, ਔਰ ਹਾਈ ਕੋਰਟ ਡਿਸੀਜਨ ਲੈ ਲੈਂਦੀ ਹੈ ਕਿ SIT ਖ਼ਤਮ ਕਰੋ, ਔਰ ਇਹਦੇ ਲਈ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਏਗਾ ਅਗਰ ਨਵੀਂ ਵਾਲੀ ਜਿਹੜੀ SIT ਹੈ ਤਾਂ। ਪਰ ਸਰ ਇੱਕ ਸਵਾਲ ਹੈ ਕਿ ਹਾਈ ਕੋਰਟ ਦਾ ਡਿਸੀਜਨ ਇਹ ਆਇਆ ਕਿ SIT ਇਹ ਵਾਲੀ ਭੰਗ ਹੋਏਗੀ ਔਰ ਨਵੀਂ ਸਿੱਟ ਬਣਾਈ ਜਾਏ ਇਸ ਮਾਮਲੇ ਦੀ ਜਾਂਚ ਲਈ, ਪਰ ਹਾਈ ਕੋਰਟ ਤੱਕ ਇਹ ਕਿਸ ਨੇ ਪਹੁੰਚਾਇਆ? ਕੁੰਵਰ ਵਿਜੇ ਪ੍ਰਤਾਪ ਨੂੰ ਆਖਰਕਾਰ ਨਿਸ਼ਾਨੇ 'ਤੇ ਕਿਉਂ ਰੱਖਿਆ ਗਿਆ? ਮੈਂ ਉਹੀ ਦੱਸ ਰਿਹਾ ਕਿ ਦੇਖੋ ਹਰ ਆਫਿਸਰ ਦਾ ਇੱਕ ਮਤਲਬ ਕੰਮ ਕਰਨ ਦਾ ਢੰਗ ਹੁੰਦਾ। ਤੁਸੀਂ ਦੇਖਿਆ ਹੋਣਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਬੜਾ ਸਿੱਧਾ ਸਾਦਾ ਜਿਹਾ ਢੰਗ ਆ। ਉਹ ਇਹ ਨਹੀਂ ਸਾਹਮਣੇ ਦੇਖਦੇ ਕਿ ਸਾਹਮਣੇ ਬੰਦਾ ਕੌਣ ਹੈ, ਉਹ ਸਿਰਫ ਕੰਮ ਦੇਖਦੇ ਆ ਕਿ ਯਾਰ ਵੀ ਮੈਨੂੰ ਇਹ ਕੰਮ ਮਿਲਿਆ ਅਤੇ ਉਹਦੇ ਲਈ ਕਿਸ ਤਰ੍ਹਾਂ ਕੌਣ ਦੋਸ਼ੀ ਹੋ ਸਕਦਾ ਹੈ, ਉਹ ਮਤਲਬ ਉਹਦੇ 'ਤੇ ਆਪਣਾ ਕੰਮ ਕਰਦੇ ਆ। ਮਤਲਬ ਵਿੱਚ ਲਿਹਾਜ਼ ਨਹੀਂ ਕਰਦੇ, ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਵੀ ਲਿਹਾਜ਼ ਨਹੀਂ ਕਰਦੇ। ਇਸ ਕਰਕੇ ਹੀ ਮਤਲਬ ਉਹ ਬਹੁਤ ਚਿਰ ਤੋਂ ਨਿਸ਼ਾਨੇ 'ਤੇ ਸੀਗੇ ਕਿ ਲਗਾਤਾਰ ਜਿਹੜੀ ਪੁਲਿਸ ਦੇ ਜਿਹੜੇ EMPLOYEES ਨੇ ਉਹ ਵੀ ਇਹ ਕਹਿ ਰਹੇ ਸੀਗੇ ਕਿ ਜੀ ਸਾਨੂੰ ਇਹ ਕੁੰਵਰ ਵਿਜੇ ਪ੍ਰਤਾਪ ਧਮਕੀਆਂ ਵੀ ਦਿੰਦਾ, ਸਾਨੂੰ ਮਤਲਬ ਜਿਹੜੀਆਂ ਅਸੀਂ ਮਤਲਬ FIRਾਂ ਕਰਾਈਆਂ ਹੋਈਆਂ ਕਹਿ ਰਿਹਾ ਕਿ ਉਹਨੂੰ ਵਾਪਸ ਲਓ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦੇਖੋ ਇਹ ਤਾਂ ਜਦੋਂ ਉਦੋਂ ਹੀ ਸਪਸ਼ਟ ਹੋਣਗੀਆਂ ਜਦੋਂ ਇਹ ਸਾਰੀ ਰਿਪੋਰਟ ਜੋ ਚਲਾਨ ਜੋ ਪੇਸ਼ ਕੀਤਾ ਉਹ ਪਬਲਿਕ ਹੋ ਜਾਏ, ਬਾਹਰ ਆ ਜਾਏ, ਤਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਬਾਹਰ ਆਉਣਗੀਆਂ ਕਿ ਉਹ ਠੀਕ ਨੇ ਕਿ ਨਹੀਂ ਠੀਕ ਨੇਗੇ। ਅਦਰਵਾਈਜ਼ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਹਾਈ ਕੋਰਟ 'ਚ ਆ ਕੇ ਕਿਹਾ ਗੁਰਦੀਪ ਸਿੰਘ ਪੰਦੇਰ ਹੋਰਾਂ ਨੇ ਵੀ ਸਾਨੂੰ ਮੈਂ ਹੀ ਮਤਲਬ ਇਸ ਮਾਮਲੇ 'ਚ ਕੋਟਕਪੂਰਾ ਗੋਲੀਕਾਂਡ ਵਾਲੇ ਮਾਮਲੇ 'ਚ FIR ਕਰਾਈ ਸੀ ਔਰ ਮੈਂ ਹੀ ਜ਼ਖਮੀ ਹੋਇਆ ਸੀਗਾ
ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੇਰੇ ਤੇ ਹੀ ਪਰਚਾ ਕਰਤਾ। ਸੋ ਇਹ ਲੱਗ ਰਿਹਾ ਕਿ ਕੁੰਵਰ ਵਿਜੇ ਪ੍ਰਤਾਪ ਬਾਇਸਡ ਹੈ ਸਾਡੇ ਪ੍ਰਤੀ, ਤੇ ਇਸ ਕਰਕੇ ਉਹਨੂੰ ਉਸ ਤੋਂ ਮਤਲਬ ਕਿਸੇ ਵੀ ਜਾਂਚ ਦੀ ਨਿਸ਼ਪਕਸ਼ਤਾ ਜਿਹੜੀ ਹੁੰਦੀ ਹੈ ਉਹਦੀ ਆਸ ਨਹੀਂ ਕੀਤੀ ਜਾ ਸਕਦੀ। ਤਾਂ ਹਾਈ ਕੋਰਟ ਨੇ ਇਸ ਬਾਰੇ ਮਤਲਬ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੂੰ ਪੁੱਛਿਆ ਸੀਗਾ ਕਿ ਇਹ ਮਤਲਬ ਇਸ ਕਿਸਮ ਦੇ ਆਰੋਪ ਨੇ ਔਰ ਤੁਸੀਂ ਦੱਸੋ ਵੀ ਫਿਰ ਕੀ ਕਰਨਾ ਹੈ। ਹਾਈ ਕੋਰਟ ਨੇ ਮੈਨੂੰ ਜਿੱਥੇ ਤੱਕ ਪਤਾ ਲੱਗਿਆ ਕਿ 3 ਆਪਸ਼ਨਸ ਦਿੱਤੀਆਂ ਸੀਗੀਆਂ ਉਹਨਾਂ ਨੂੰ ਕਿ ਜਾਂ ਤਾਂ ਤੁਸੀਂ ਇਹ ਕੇਸ CBI ਨੂੰ ਹੈਂਡਓਵਰ ਕਰ ਦਿੰਦੇ ਆਪਾਂ ਤਾਂ, ਔਰ ਜਾਂ ਫਿਰ ਇਹ ਹਰਿਆਣਾ ਪੁਲਿਸ 'ਚ ਕਰ ਦਿੰਦੇ ਆ, ਹਰਿਆਣਾ ਪੁਲਿਸ ਤੋਂ ਜਾਂਚ ਕਰਵਾ ਲੈਂਦੇ ਆ। ਹਰਿਆਣਾ ਪੁਲਿਸ ਸਰ ਪੰਜਾਬ ਦੇ ਦਾਇਰੇ ਦੇ ਵਿੱਚ ਕਿਸ ਤਰੀਕੇ ਨਾਲ ਜਾਂਚ? ਕੋਰਟ ਤਾਂ ਮਤਲਬ ਕਿਸੇ ਤੋਂ ਵੀ ਜਾਂਚ ਕਰਵਾਈ ਸਕਦੀ ਹੈ ਨਾ। ਕੋਰਟ ਅਗਰ ਜਾਂਚ ਕਰਾਉਣਾ ਚਾਹੇ ਤਾਂ ਕੋਰਟ ਨੂੰ ਕੋਈ ਪ੍ਰੋਬਲਮ ਨਹੀਂ, ਕੋਰਟ ਆਪਣੀ ਸੁਪਰਵਿਜ਼ਨ ਦੇ ਵਿੱਚ ਫਿਰ ਇਸ ਦੀ ਜਾਂਚ ਕਰਵਾ ਸਕਦੀ ਹੈ। ਤੇ ਤੀਸਰੀ ਸੀ ਕਿ SIT ਨਵੀਂ ਗਠਿਤ ਕੀਤੀ ਜਾਏ। ਤਾਂ ਉਦੋਂ ਤਾਂ ਮਤਲਬ ਹਾਈ ਕੋਰਟ ਦੇ ਵਿੱਚ ਜੋ ਮੈਨੂੰ ਪਤਾ ਚੱਲਿਆ ਕਿ ਜਿਸ ਤੇ ਇਹ ਆਰਡਰ ਹੋਇਆ, ਕਿਉਂਕਿ ਹਜੇ ਤੱਕ ਦੇਖੋ ਆਰਡਰ ਦੀ ਕਾਪੀ ਬਾਹਰ ਨਹੀਂ ਆਈ ਹੈ, ਲੇਕਿਨ ਜਿੰਨਾ ਕੁ ਵੀ ਮਤਲਬ ਵਕੀਲਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਜਾਂ ਹੋਮ ਡਿਪਾਰਟਮੈਂਟ ਵਾਲੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਕੇ ਪਤਾ ਚੱਲਿਆ, ਉਹਨਾਂ ਨੇ ਕਿਹਾ ਕਿ ਵੀ ਜਿਹੜਾ ਇਹ ਗਵਰਨਮੈਂਟ ਨੇ ਉੱਥੇ ਮੰਨਿਆ ਕਿ ਠੀਕ ਹੈ ਅਸੀਂ SIT ਨਵੀਂ ਬਣਾ ਦਿੰਦੇ ਹਾਂ। ਤਾਂ SIT ਨਵੀਂ ਬਣਾ ਦਿੰਦੇ ਹਾਂ ਤਾਂ ਦਾ ਅਰਥ ਸੀਗਾ ਕਿ ਫਿਰ ਉਹ ਪਿਛਲੀ SIT ਰੱਦ ਹੋਏਗੀ, ਹਾਂ ਸਾਰੇ ਬਾਹਰ ਹੋਣਗੇ, ਉਹਦੀ ਜਗ੍ਹਾ ਤੇ ਨਵੇਂ ਆਣਗੇ। ਸੋ ਉਹ ਜਿਹੜੀ ਹੈਗੀ ਹੈ ਉਹਨੂੰ ਹੀ ਗਵਰਨਮੈਂਟ ਨੇ ਕਿਹਾ ਕਿ ਅਸੀਂ ਚੈਲੰਜ ਕਰਾਂਗੇ ਸੁਪਰੀਮ ਕੋਰਟ ਦੇ ਅੰਦਰ। ਤੇ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਇਹ ਮਤਲਬ ਅਗਰ SIT ਰੱਦ ਕਰ ਦਿੰਦੀ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਇਸ ਫੈਸਲੇ ਦਾ ਇਸ ਜਾਂਚ ਤੇ ਬਹੁਤ ਬੁਰਾ ਅਸਰ ਪਏਗਾ। ਉਹ ਜਾਂਚ ਜੋ ਕਿ ਤੁਸੀਂ ਕਹੋ ਕਿ ਮਤਲਬ 90-95% ਹੁਣ ਮੁਕੰਮਲ ਹੋ ਚੁੱਕੀ ਹੈ, ਚਲਾਨ ਪੇਸ਼ ਹੋ ਰਹੇ ਨੇ, ਹੁਣ ਉਸ 'ਤੇ ਬਹਿਸ ਸ਼ੁਰੂ ਹੋ ਗਈ ਹੈ, ਉਹ ਵਾਲੇ ਮਤਲਬ ਕੇਸ 'ਚ ਅਚਾਨਕ ਤੁਸੀਂ ਕਹੋ ਕਿ ਇਹ ਸਾਰੀ ਰੱਦ 4 ਸਾਲ ਹੋ ਗਏ। ਮਤਲਬ ਦੇਖੋ ਨਾ ਜਾਂਚ ਕਰਦਿਆਂ ਨੂੰ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤੀ, ਫਿਰ ਇਹਨਾਂ ਨੇ ਕੀਤੀ, ਹੁਣ ਤੁਸੀਂ ਐਨ ਮੌਕੇ 'ਤੇ ਆ ਕੇ ਤੁਸੀਂ ਕਹੋ ਕਿ 4 ਸਾਲ ਬਾਅਦ ਇਹ ਰੱਦ ਤੇ ਇਹਨੂੰ ਨਵੇਂ ਸਿਰੇ ਤੋਂ ਕਰਾਓ। ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਜਿਹੜਾ ਲੋਕ ਨੇ ਉਹਨਾਂ 'ਤੇ ਕੋਈ ਇਹਦਾ ਕੋਈ ਚੰਗਾ ਅਸਰ ਪਊਗਾ। ਦੇਖੋ ਲੋਕ ਪਹਿਲਾਂ ਤੋਂ ਹੀ 2015 ਦਾ ਇਹ ਕੇਸ ਹੈ, 21 ਚੱਲ ਪਿਆ, 6 ਸਾਲ ਆਲਰੇਡੀ ਹੋ ਚੁੱਕੇ ਹੈ। ਹੁਣ 6 ਸਾਲ ਬਾਅਦ ਆਪਾਂ ਫਿਰ ਉਸੇ ਥਾਂ 'ਤੇ ਖੜ੍ਹੇ ਹਾਂ ਤਾਂ ਇਹ ਤਾਂ ਫਿਰ ਬਿਲਕੁਲ ਸੇਮ ਉੱਦਾਂ ਦਾ ਹੀ ਕੰਮ ਹੋ ਗਿਆ ਨਾ ਕਿ ਵੀ ਜਿਹੜਾ ਇਨਸਾਫ ਜੇ ਦੇਰੀ ਨਾਲ ਮਿਲਿਆ ਤਾਂ ਉਹ ਇਨਸਾਫ ਨਹੀਂ ਹੈ। ਫਿਰ ਇਹ ਸੇਮ ਉਸ ਸਥਿਤੀ 'ਤੇ ਅਸੀਂ ਤੇਜ਼ੀ ਨਾਲ ਜਾ ਰਹੇ ਹਾਂ। ਮੈਨੂੰ ਤਾਂ ਲੱਗਦਾ ਕਿ ਆਲਰੇਡੀ ਤੇਜ਼ੀ ਮਤਲਬ ਪਹੁੰਚ ਚੁੱਕੇ ਹਾਂ ਉੱਥੇ। ਫਿਰ ਵੀ ਚਲੋ ਅਗਰ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਜਾਂਦੀ ਹੈ ਔਰ ਸੁਪਰੀਮ ਕੋਰਟ ਉੱਥੇ ਇਸ ਮਾਮਲੇ 'ਚ ਰਿਲੀਫ ਦੇ ਦਿੰਦੀ ਹੈ ਕਿ ਨਹੀਂ ਠੀਕ ਹੈ ਤੁਸੀਂ ਇਸੇ SIT ਤੋਂ ਜਾਂਚ ਕਰਾਣੀ ਹੈ ਤਾਂ ਠੀਕ ਹੈ। ਅਦਰਵਾਈਜ਼ ਦੇਖੋ ਇੱਕ ਆਫਿਸਰ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗਾ ਜਿਹੜਾ ਆਫਿਸਰ ਹੈ ਉਹ ਆਪਣੇ ਆਪ ਨੂੰ ਬਹੁਤ ਮਤਲਬ ਡੀਮੋਰਲਾਈਜ਼ ਜਾ ਹੋਇਆ ਸਮਝਦਾ ਹੈ। ਤਾਂ ਉਹਨੂੰ ਲੱਗਦਾ ਕਿ ਯਾਰ ਵੀ ਪਤਾ ਨਹੀਂ ਵੀ ਇਹਨਾਂ ਨੂੰ ਇਹ ਲੱਗਦਾ ਕਿ ਮੇਰਾ ਸ਼ਾਇਦ ਕੋਈ ਇੰਟਰਸਟ ਹੈ ਤੇ ਵੀ ਮੇਰਾ ਤਾਂ ਕੋਈ ਇੰਟਰਸਟ ਨਹੀਂ ਹੈ, ਠੀਕ ਹੈ ਫਿਰ ਆਪਾਂ ਨੌਕਰੀ ਛੱਡ ਦਿੰਦੇ ਹਾਂ। ਤਾਂ ਇਸ ਲਈ ਉਹਨਾਂ ਨੇ ਜਿਹੜਾ ਹੈਗਾ ਉਹ ਆਪਣਾ ਅਸਤੀਫਾ ਜਿਹੜਾ ਪ੍ਰੀਮੈਚੁਰ ਰਿਟਾਇਰਮੈਂਟ ਦੀ ਇਜਾਜ਼ਤ ਮੰਗੀ ਸੀ ਸਰਕਾਰ ਤੋਂ, ਜੋ ਚੀਫ ਮਿਨਿਸਟਰ ਨੇ ਰੱਦ ਕਰਤੀ ਹੈ। ਉਸ ਤੋਂ ਬਾਅਦ ਮੈਂ ਸੁਣਿਆ ਕਿ ਕੁੰਵਰ ਵਿਜੇ ਪ੍ਰਤਾਪ ਦੀ ਫਿਰ ਸਟੇਟਮੈਂਟ ਆਈ ਹੈ ਕਿ ਅਸਤੀਫਾ ਵਾਪਸ ਜਿਹੜਾ ਉਹ ਨਹੀਂ ਲੈਣਗੇ, ਆਪਣੇ ਫੈਸਲੇ ਦੇ ਉੱਤੇ ਕਾਇਮ ਨੇ। ਦੇਖੋ ਇਹਦੇ ਬਾਰੇ ਹਜੇ ਮਤਲਬ ਮੈਂ ਹਜੇ ਥੋੜ੍ਹੀ ਦੇਰ ਪਹਿਲਾਂ ਹੀ ਉਹਨਾਂ ਨੂੰ ਫੋਨ ਵੀ ਕੀਤਾ ਸੀ ਔਰ ਮੈਸੇਜ ਵੀ ਪਾਇਆ ਸੀ ਇਸ ਬਾਰੇ ਉਹਨਾਂ ਦਾ ਪੱਖ ਜਾਣਨ ਦੀ। ਹਜੇ ਉਹਨਾਂ ਨੇ ਮੈਨੂੰ ਕੋਈ ਇਹਦਾ ਮੈਸੇਜ ਨਹੀਂ ਭੇਜਿਆ ਹੈਗਾ। ਹੋ ਸਕਦਾ ਕਿ ਕੁਝ ਰਿਪੋਰਟਰਸ ਨਾਲ ਉਹਨਾਂ ਦੀ ਗੱਲ ਹੋ ਗਈ ਹੋਵੇ ਤੇ ਵੀ ਉਹ ਅਸਤੀਫੇ 'ਤੇ ਹੀ ਆਪਣੇ ਅਡਿੱਗ ਰਹਿਣਗੇ। ਤਾਂ ਮੈਨੂੰ ਲੱਗਦਾ ਕਿ ਫਿਰ ਇਹ ਕੇਸ ਜਿਹੜਾ ਹੈਗਾ ਬਹੁਤ ਹੀ ਕਮਜ਼ੋਰ ਪੈ ਜਾਏਗਾ ਅਗਰ ਉਹ ਚਲੇ ਜਾਂਦੇ ਹੈ। ਔਰ ਜਾਂ ਫਿਰ ਤੁਸੀਂ ਇਹ ਵੀ ਇੱਕ ਚਰਚਾਵਾਂ ਚੱਲ ਰਹੀਆਂ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਖੁਦ ਹੀ ਹੁਣ ਪੋਲੀਟੀਕਲ ਫੀਲਡ 'ਚ ਆਉਣਾ ਚਾਹੁੰਦੇ ਹੈ। ਤਾਂ ਅਗਰ ਉਹ ਚੀਜ਼ਾਂ ਜ਼ਿਆਦਾ ਮਤਲਬ ਉਹ ਆਈਆਂ ਤਾਂ ਮੈਨੂੰ ਲੱਗਦਾ ਕਿ ਫਿਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਆਰੋਪ ਲਗਾਉਂਦੀਆਂ, ਜਿਵੇਂ ਸੁਖਬੀਰ ਬਾਦਲ ਉਹਨਾਂ ਨੇ ਉਸ ਦਿਨ ਆਰੋਪ ਲਗਾਇਆ ਸੀ ਕਿ ਇਹ ਜਿਹੜੀ ਜਾਂਚ ਹੈਗੀ ਹੈ ਉਹ ਅਸਲ ਦੋਸ਼ੀਆਂ ਨੂੰ ਪਕੜਨ ਵਾਸਤੇ ਨਹੀਂ ਹੋ ਰਹੀ ਹੈ, ਇਹ ਜਾਂਚ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਹੋ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਫਿਰ ਉਹਨਾਂ ਦੀ ਗੱਲ ਦੇ ਵਿੱਚ ਵਜ਼ਨ ਆ ਜਾਂਦਾ। ਤਾਂ ਮੈਨੂੰ
ਇਹ ਨਹੀਂ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਅਸਤੀਫਾ ਦੇਣਾ ਚਾਹੀਦਾ। ਦੇਖੋ ਮਤਲਬ ਇੱਕ ਪੁਲਿਸ ਆਫੀਸਰ ਦੇ ਕਰੀਅਰ ਦੇ ਵਿੱਚ ਤਾਂ ਕਈ ਜਾਂਚਾਂ ਮਤਲਬ ਚੱਲਦੀਆਂ ਨੇ, ਕਈ ਕੇਸ ਚੱਲਦੇ ਆ, ਕਈ ਜਾਂਚ ਦੇ ਵਿੱਚ ਉਹ ਮੁਖੀ ਹੁੰਦੇ ਆ, ਕਿਸੇ ਦੀ ਟੀਮ ਦਾ ਹਿੱਸਾ ਹੁੰਦੇ ਆ, ਤਾਂ ਔਰ ਬਹੁਤ ਸਾਰੀਆਂ ਜਾਂਚਾਂ ਜ਼ਰੂਰੀ ਨਹੀਂ ਕਿ ਹਰੇਕ ਮਤਲਬ ਕਾਮਯਾਬੀ ਮਿਲੇ ਚੜਦੀ ਹੈਗੀ, ਤਾਂ ਉਸ ਲਈ ਫਿਰ ਅਸਤੀਫਾ ਦੇਣਾ ਮੈਨੂੰ ਕੋਈ ਜ਼ਿਆਦਾ ਮਤਲਬ ਬੁੱਧੀਮਤਾ ਵਾਲਾ ਕੋਈ ਫੈਸਲਾ ਨਹੀਂ ਲੱਗ ਰਿਹਾ। ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣੇ ਫੈਸਲੇ ਤੇ ਜਿਹੜਾ ਹੈ ਪੁਨਰ ਵਿਚਾਰ ਕਰਨਾ ਚਾਹੀਦਾ ਹੈ। ਸਰ, ਬਰਗਾੜੀ ਮਾਮਲੇ ਦੇ ਨਾਲ ਜੁੜੀ ਹੋਈ ਗੱਲ ਆਪਾਂ ਪਹਿਲਾਂ ਸਾਂਝੀ ਕੀਤੀ ਹੈ ਦਰਸ਼ਕਾਂ ਦੇ ਨਾਲ, ਔਰ ਹੁਣ ਇੱਕ ਹੋਰ ਗੱਲ ਹੈ, ਖਬਰ ਹੈ ਬਰਗਾੜੀ ਦੇ ਨਾਲ ਹੀ ਜੁੜੀ ਹੋਈ ਹੈ। ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ ਨਵਜੋਤ ਸਿੰਘ ਸਿੱਧੂ ਚੁੱਪ-ਚੁਪੀਤੇ ਅੱਜ ਬਰਗਾੜੀ ਗਏ ਵਿਸਾਖੀ ਦੇ ਮੌਕੇ, ਜਿੱਥੇ ਪੰਜਾਬ ਦੇ ਵਿੱਚ ਵਿਸਾਖੀ ਦੇ ਜਸ਼ਨ ਮਨਾਏ ਜਾ ਰਹੇ ਨੇ। ਜਗ੍ਹਾ ਜਿਹੜਾ ਸੰਗਤਾਂ ਦਾ ਹਜੂਮ ਹੈ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜਾ ਹੈ ਸਾਹਿਬਾਨਾਂ 'ਚ ਨਤਮਸਤਕ ਹੋ ਰਿਹਾ, ਉੱਥੇ ਹੀ ਨਵਜੋਤ ਸਿੰਘ ਸਿੱਧੂ ਅੱਜ ਵਿਸਾਖੀ ਦੇ ਮੌਕੇ ਖਾਸ ਤੌਰ ਤੇ ਬਰਗਾੜੀ ਗਏ ਨੇ, ਔਰ ਉੱਥੇ ਜਾ ਕੇ ਬਹੁਤ ਸਾਰੇ ਬੇਅਦਬੀ ਮਾਮਲੇ ਨੂੰ ਲੈ ਕੇ ਖੁਲਾਸੇ ਵੀ ਉਹਨਾਂ ਨੇ ਕੀਤੇ ਨੇ। ਸਭ ਤੋਂ ਵੱਡੀ ਗੱਲ ਇਹ ਕਿ ਚੁੱਪ-ਚੁਪੀਤੇ ਉਹ ਗਏ ਨੇ, ਮੀਡੀਆ ਨੂੰ ਕੰਨੋ ਕੰਨ ਵੀ ਖਬਰ ਨਹੀਂ ਹੋਈ ਕਿ ਨਵਜੋਤ ਸਿੰਘ ਸਿੱਧੂ ਬਰਗਾੜੀ ਜਾ ਰਹੇ ਨੇ। ਇਸ ਚੀਜ਼ ਦਾ ਪਤਾ ਉਦੋਂ ਲੱਗਿਆ ਜਦੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਨਵਜੋਤ ਸਿੰਘ ਸਿੱਧੂ ਲਾਈਵ ਹੁੰਦੇ ਨੇ। ਦੇਖੋ ਨਵਜੋਤ ਸਿੱਧੂ ਪਿਛਲੇ ਕਾਫੀ ਸਮੇਂ ਤੋਂ ਹੀ ਮੀਡੀਆ ਤੋਂ ਦੂਰੀਆਂ ਜਿਹੀਆਂ ਬਣਾਈ ਹੋਈਆਂ ਨੇ, ਜਾਂ ਤੁਸੀਂ ਇੱਦਾਂ ਕਹਿ ਲਓ ਕਿ ਉਹ ਜਦੋਂ ਉਹ ਚਾਹੁੰਦੇ ਨੇ ਤਾਂ ਮੀਡੀਆ ਨੂੰ ਬੁਲਾ ਲੈਂਦੇ ਆ, ਔਰ ਅਦਰਵਾਈਜ਼ ਉਹ ਮੀਡੀਆ ਅਗਰ ਉਹਨੂੰ ਕੋਈ ਕਿਸੇ ਇਸ਼ੂ ਦੇ ਉੱਤੇ ਕੁਝ ਪੁੱਛਣਾ ਚਾਹੇ ਜਾਂ ਕੁਝ ਕਰਨਾ ਚਾਹੇ ਤਾਂ ਉਹ ਨਹੀਂ ਬੋਲਦੇ। ਸੋ ਇਹ ਜਿਹੜਾ ਅੱਜ ਦਾ ਉਹ ਉੱਥੇ ਬਰਗਾੜੀ ਉਹਨਾਂ ਦਾ ਜਾਣਾ ਜਿਹੜਾ ਹੈਗਾ ਉਹ ਟੋਟਲੀ ਪੋਲੀਟੀਕਲ ਇੱਕ ਸਟੰਟ ਹੈ। ਮਤਲਬ ਅਦਰਵਾਈਜ਼ ਤੁਸੀਂ ਦੇਖੋ ਕਿ ਇਹ ਮੈਂ ਜਿਵੇਂ ਤੁਹਾਨੂੰ ਪਿਛਲੇ ਉਸ 'ਚ ਕਿਹਾ ਸੀ ਕਿ ਥੋੜ੍ਹੀ ਦੇਰ ਪਹਿਲਾਂ ਕਿ 6 ਸਾਲ ਹੋ ਚੁੱਕੇ ਹੈ ਇਸ ਐਪੀਸੋਡ ਨੂੰ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ। ਹੁਣ ਸਿੱਧੂ ਨੂੰ ਵੀ ਇਹ ਪਤਾ ਹੈ ਕਿ ਅਗਰ ਉਹ ਉੱਥੇ ਮੀਡੀਆ ਨੂੰ ਬੁਲਾ ਲੈਂਦੇ ਤਾਂ ਇਹ ਸਵਾਲ ਉਹਨਾਂ 'ਤੇ ਹੋ ਸਕਦੇ ਸੀ ਵੀ 6 ਸਾਲ 'ਚ ਤੁਸੀਂ ਕਿਉਂ ਨਹੀਂ ਫਿਰ ਕਦੀ ਇੱਥੇ ਆਏ, ਔਰ ਅੱਜ ਹੀ ਫਿਰ ਕਿਉਂ ਆਏ ਹੋ। ਸੋ ਮੈਨੂੰ ਥੋੜ੍ਹਾ ਜਿਹਾ ਇਹ ਲੱਗ ਰਿਹਾ ਹੈ ਕਿ ਜਿਹੜਾ ਅੱਜ ਹੀ ਮਤਲਬ ਜਿਹੜਾ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਹੈ ਔਰ ਇਹਦਾ ਉੱਥੇ ਜਾਣਾ ਹੈ, ਇਹ ਦੋਨੋਂ ਕਿਤੇ ਨਾ ਕਿਤੇ ਮਤਲਬ ਲਿੰਕ ਹੈ ਇਹਨਾਂ ਦਾ ਆਪਸ 'ਚ। ਜਿਵੇਂ ਮੈਂ ਮਤਲਬ ਇਹ ਗੱਲ ਆ ਰਹੀ ਹੈ ਬਾਰ-ਬਾਰ ਰਾਜਨੀਤਿਕ ਸਫ਼ਿਆਂ ਦੇ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪੋਲੀਟੀਕਲ ਐਂਬੀਸ਼ਨਸ ਵੀ ਹੈਗੀਆਂ ਨੇ, ਔਰ ਇੱਧਰੋਂ ਨਵਜੋਤ ਸਿੱਧੂ ਹੋਣਾ ਦਾ ਵੀ ਇੱਕ ਹੈ ਵੀ ਉਹ ਕਾਂਗਰਸ 'ਚ ਉਹਨਾਂ ਦਾ ਕੁਝ ਬਣ ਨਹੀਂ ਰਿਹਾ, ਤਾਂ ਕੀ ਉਹ ਕਿਸੇ ਹੋਰ ਪਾਸੇ ਮਤਲਬ ਜਾਣਾ ਚਾਹ ਸਕਦੇ ਆ ਕਿ ਨਹੀਂ ਜਾ ਸਕਦੇ ਜਾਂ ਕੁਝ ਇੱਦਾਂ ਦਾ। ਸੋ ਇਹ ਜਿਹੜੀਆਂ ਚੀਜ਼ਾਂ ਮਤਲਬ ਕੰਮ ਕਰ ਰਹੀਆਂ ਨੇ ਆਪਣੇ ਉਸ 'ਤੇ, ਉਸ ਤੋਂ ਇਹ ਮਤਲਬ ਲੱਗਦਾ ਹੈ ਕਿ ਇਹ ਕੋਈ ਸੰਯੋਗ ਨਹੀਂ ਹੈ ਵੀ ਇੱਕੋ ਦਿਨ ਦੇ ਵਿੱਚ ਮਤਲਬ ਜਿਹੜਾ ਹੈਗਾ ਉਹ ਅਸਤੀਫਾ ਦੇ ਦੇਣ ਔਰ ਉਸੇ ਦਿਨ ਹੀ ਨਵਜੋਤ ਸਿੱਧੂ ਉੱਥੇ ਚਲੇ ਜਾਣ ਬਰਗਾੜੀ ਦੇ। ਵੀ ਕੀ ਇਸ ਇਸ਼ੂ ਨੂੰ ਦੁਬਾਰਾ ਭਖਾਇਆ ਜਾ ਰਿਹਾ ਹੈ, ਇੱਕ ਇਹ ਸਵਾਲ ਉੱਠ ਰਿਹਾ ਹੈ। ਔਰ ਉਹ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ 2022 ਦੇ ਇਲੈਕਸ਼ਨਸ ਆਉਣ ਵਾਲੇ ਨੇ ਔਰ ਚੋਣ ਪ੍ਰਚਾਰ ਵੀ ਜਿਹੜਾ ਸ਼ੁਰੂ ਹੋ ਚੁੱਕਾ। ਉਹ ਤਾਂ ਇੱਕ ਅਲੱਗ ਤੋਂ ਹੈ ਹੀ ਹੈ, ਪਰ ਮੈਂ ਤੁਹਾਨੂੰ ਥੋੜ੍ਹਾ ਧਿਆਨ ਇੱਕ ਉਸ ਚੀਜ਼ 'ਤੇ ਕਰਨਾ ਕਿ ਕੱਲ੍ਹ ਹੀ ਇੱਥੇ ਚੰਡੀਗੜ੍ਹ ਦੇ ਵਿੱਚ ਪੰਥਕ ਸੰਗਠਨ ਇਕੱਠੇ ਹੁੰਦੇ ਆ ਔਰ ਸਾਰੇ ਮਤਲਬ ਉਹਨਾਂ ਦੀ ਲੰਬੀ ਚੌੜੀ ਮੀਟਿੰਗ ਹੁੰਦੀ ਹੈ, ਔਰ ਦੁਬਾਰਾ ਤੋਂ ਉਹ ਉੱਥੇ ਜਿਹੜਾ ਹੈਗਾ ਬਰਗਾੜੀ ਦੇ ਵਿੱਚ ਮੋਰਚਾ ਲਗਾਉਣ ਦੀ ਗੱਲ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਤੋਂ ਸਮਾਂ ਮੰਗਦੇ ਹੈ, ਇਹ ਵੀ ਐਲਾਨ ਕਰਦੇ ਆ ਕਿ 2 ਲੱਖ ਤੋਂ ਉੱਤੇ ਜਿਹੜਾ ਹੈਗਾ ਸਾਈਨ ਕਰਕੇ ਮਤਲਬ ਜਿਹੜੇ ਹੈਗੇ ਉਹ ਰਾਸ਼ਟਰਪਤੀ ਕੋਲ ਭੇਜੇ ਜਾਣਗੇ। ਔਰ ਪਹਿਲੀ ਵਾਰ ਮਤਲਬ ਮੈਂ ਦੇਖੋ ਮੈਨੂੰ ਵੀ ਇੰਨੇ ਸਾਲ ਹੋ ਗਏ ਹੈ ਪੱਤਰਕਾਰਿਤਾ ਕਰਦੇ ਨੂੰ, ਪਰ ਮੈਂ ਨਹੀਂ ਅੱਜ ਤੱਕ ਦੇਖਿਆ ਵੀ ਕੋਈ ਸੰਗਠਨ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰੇ। ਇਸ ਤਰ੍ਹਾਂ ਦਾ ਕਦੇ ਨਹੀਂ ਹੁੰਦਾ। ਫੈਸਲਾ ਮੈਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ ਤਾਂ ਮੈਂ ਆਪਣੀ ਰਾਏ ਹੋ ਸਕਦੀ ਹੈ ਜਾਂ ਮੈਂ ਉਹਦੇ ਲਈ ਉੱਪਰਲੀ ਜਿਹੜੀ ਸਿਖਰਲੀ ਅਦਾਲਤ ਹੈ ਉਹਦਾ ਦਰਵਾਜ਼ਾ ਖਟਖਟਾ ਸਕਦਾ, ਪਰ ਉਸ ਫੈਸਲੇ ਦੇ ਖਿਲਾਫ ਮਤਲਬ ਉਸ 'ਤੇ ਬੈਠਣਾ ਇੱਕ ਅਲੱਗ ਉਹ ਹੈ। ਇਸ ਤੋਂ ਸਾਫ਼ ਲੱਗ ਰਿਹਾ ਕਿ ਇਸ ਇਸ਼ੂ ਨੂੰ ਮਤਲਬ ਕ੍ਰੌਪ ਅਪ ਕੀਤਾ ਜਾ ਰਿਹਾ ਹੋਰ, ਔਰ ਕਿਉਂਕਿ ਇਹ ਸਾਲ ਜਿਹੜਾ ਹੈਗਾ ਉਹ ਇਲੈਕਸ਼ਨ ਈਅਰ ਵੀ ਹੈ ਔਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਕਾਰਨਰ ਕਰਨ ਵਾਸਤੇ ਵੀ ਮੇ ਬੀ ਇਸ ਤਰ੍ਹਾਂ ਦੀ ਇੱਕ ਚਾਲ ਹੋਵੇ ਜਿਹੜੀ ਆਪੋਜੀਸ਼ਨ ਪਾਰਟੀਜ਼ ਨੇ, ਕਿਉਂਕਿ ਹੁਣ ਇਹ ਦੇਖੋ ਇਹ ਬੜਾ ਸੰਵੇਦਨਸ਼ੀਲ ਮੁੱਦਾ ਹੈ ਔਰ ਲੋਕਾਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਤਾਂ ਮਤਲਬ
ਇਸ ਇਸ਼ੂ ਦੇ ਉੱਤੇ ਆਲਰੇਡੀ ਅਕਾਲੀ ਦਲ ਜਿਹੜਾ ਹੈਗਾ ਬਿਲਕੁਲ ਮਤਲਬ ਹਾਸ਼ੀਏ ਤੇ ਹੈ। ਤੁਸੀਂ ਦੇਖ ਲਓ ਪਿਛਲੇ 4 ਸਾਲਾਂ ਤੋਂ ਉਹ ਕਿੰਨੀ ਕੋਸ਼ਿਸ਼ ਕਰ ਰਹੇ ਆ, ਪਰ ਉਹਨਾਂ ਨੂੰ ਕੋਈ ਮਤਲਬ ਉਹ ਆਪਣੀ ਜਗ੍ਹਾ ਨਹੀਂ ਲੈ ਪਾ ਰਹੇ। ਹੁਣ ਜਿਹੜੀਆਂ ਉਹਨਾਂ ਨੇ 5-6 ਰੈਲੀਆਂ ਕੀਤੀਆਂ ਸੀਗੀਆਂ ਜੋ ਪੰਜਾਬ ਮੰਗਦਾ ਜਵਾਬ ਹੈ ਨਾ, ਉਸ 'ਚ ਜ਼ਰੂਰ ਥੋੜ੍ਹਾ ਜਿਹਾ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਰਿਸਪੌਂਸ ਮਿਲਣਾ ਸ਼ੁਰੂ ਹੋਇਆ ਹੈ। ਜਾਂ ਤਾਂ ਇਹ ਹੋ ਸਕਦਾ ਕਿ ਇਸ ਗੱਲ ਤੋਂ ਘਬਰਾ ਕੇ ਮਤਲਬ ਸਰਕਾਰ ਨੇ ਕੋਈ ਇਹ ਚਾਲ ਚੱਲੀ ਹੈਗੀ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਸਾਰੀਆਂ ਓਪੋਜੀਸ਼ਨ ਪਾਰਟੀਆਂ ਜਿਹੜੀਆਂ ਬਾਕੀ ਦੀਆਂ ਨੇ ਉਹ ਇਸ ਇਸ਼ੂ ਨੂੰ ਲੈ ਕੇ ਮਤਲਬ ਉਹ ਇਹ ਚਾਹੁੰਦੀਆਂ ਨੇ ਕਿ ਦੋਨੋਂ ਮੇਨ ਪੋਲੀਟੀਕਲ ਪਾਰਟੀਆਂ ਨੂੰ ਕੋਰਨਰਡ ਕੀਤਾ ਜਾਏ। ਅਕਾਲੀ ਦਲ ਤਾਂ ਪਹਿਲਾਂ ਹੀ ਇਸ 'ਤੇ ਕੋਰਨਰਡ ਹੈ ਕਿਉਂਕਿ ਉਹ ਉਹਨਾਂ ਦੇ ਸਮੇਂ ਦੇ ਵਿੱਚ ਇਹ ਹੋਇਆ। ਕਾਂਗਰਸ ਨੂੰ ਇਸ ਕਰਕੇ ਕਰ ਲਿਆ ਜਾਏ ਵੀ ਇਹਨਾਂ ਨੇ ਇਸ ਨੂੰ ਸਿਰੇ ਨਹੀਂ ਚੜਾਇਆ, ਇੱਥੇ ਬੋਲ ਕੇ ਵੀ ਆਏ ਸੀ ਔਰ ਕੱਲੀ ਜਾਂਚ ਕਰਾਵਾਂਗੇ ਗੱਲ ਕਰੀ ਜਾਂਦੇ ਨੇ, ਤੇ ਇਹਨਾਂ ਦਾ ਏਜੀ ਵੀ ਕੁਝ ਨਹੀਂ ਕਰ ਪਾਇਆ। ਐਡਾ ਵੱਡਾ ਫੈਸਲਾ ਹੋ ਗਿਆ ਹਾਈ ਕੋਰਟ ਦਾ, ਉਸ 'ਚ ਵੀ ਇਹ ਕੁਝ ਨਹੀਂ ਕਰ ਪਾਏ। ਸੋ ਜਾਂ ਤਾਂ ਇਹ ਮੈਨੂੰ ਇਹ ਲੱਗ ਰਿਹਾ ਕਿ ਦੋਨੋਂ ਜਿਹੜੀਆਂ ਇਹ ਪਾਰਟੀਆਂ ਨੇ, ਕਿਹੜੀ ਪਾਰਟੀ ਰਹਿ ਜਾਂਦੀ ਹੈ ਦੇਖੋ, ਉਸ ਤੋਂ ਫਿਰ ਬੀਜੇਪੀ ਰਹਿ ਜਾਂਦੀ ਹੈ, ਆਮ ਆਦਮੀ ਪਾਰਟੀ ਰਹਿ ਜਾਂਦੀ ਹੈ, ਹੋਰ ਸਪਲਿੰਟਰ ਗਰੁੱਪਸ 'ਚ ਰਹਿ ਜਾਂਦੇ ਨੇ। ਤਾਂ ਜਾਂ ਜਿਹੜੀਆਂ ਇਹਨਾਂ ਪ੍ਰਮੁੱਖ ਪਾਰਟੀਆਂ ਦੇ ਜਿਹੜੇ ਵੱਡੇ ਅਹੁਦੇ ਜਾਂ ਬੰਦੇ ਹੈਗੇ ਨੇ ਔਰ ਜਿਨ੍ਹਾਂ ਦੀਆਂ ਆਕਾਂਖਸ਼ਾਵਾਂ ਬਹੁਤ ਵੱਡੀਆਂ ਨੇ, ਜਿਵੇਂ ਨਵਜੋਤ ਸਿੱਧੂ, ਪ੍ਰਗਟ ਸਿੰਘ ਹੋਣੀ ਹੈਗੇ ਆ, ਇਹ ਲੋਕ ਨੇ ਜਿਹੜੇ ਇਹ ਚਾਹੁੰਦੇ ਆ ਵੀ ਕਿਸੇ ਉਹ ਇਸ 'ਚੋਂ ਨਿਕਲ ਕੇ ਪਾਰਟੀ ਤੋਂ ਕਿਸੇ ਹੋਰ ਪਾਰਟੀ ਨਾਲ ਜੁੜ ਕੇ ਕੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਬਣ ਦੀ ਉਹਨਾਂ ਦੀ ਮਤਲਬ ਇੱਕ ਹੁੰਦੀ ਹੈ ਨਾ ਥੋੜ੍ਹੀ ਅਪੇਕਸ਼ਾ ਜੀ ਹੁੰਦੀ ਹੈ, ਆਕਾਂਖਸ਼ਾ ਹੁੰਦੀ ਹੈ ਕਿ ਮੈਂ ਬਣਾ, ਕੀ ਇਹ ਉਸ ਰਣਨੀਤੀ ਦਾ ਹਿੱਸਾ ਹੈ? ਇਹ ਸਾਰੇ ਚੀਜ਼ਾਂ ਅਗਲੇ ਕੁਝ ਦਿਨਾਂ 'ਚ ਹੀ ਸਾਫ਼ ਹੋਣਗੀਆਂ, ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸੰਯੋਗ ਨਹੀਂ ਹੈ। ਮੈਂ ਮਤਲਬ ਇਹਨੂੰ ਇਹ ਨਹੀਂ ਮੰਨਦਾ ਕਿ ਇੱਕੋ ਦਿਨ ਦੇ ਵਿੱਚ ਜਿਹੜੀਆਂ ਅੱਜ 2 ਪ੍ਰਮੁੱਖ ਘਟਨਾਵਾਂ ਇੱਕੋ ਇਸ਼ੂ ਨੂੰ ਲੈ ਕੇ 2 ਵੱਡੇ ਵਿਅਕਤੀਤਵ ਮਤਲਬ ਅਲੱਗ-ਅਲੱਗ ਨੇਚਰ ਦੇ ਸਵਾਲ ਖੜੇ ਕਰਦੇ ਨੇ। ਉਹ ਉੱਥੇ ਜਾ ਕੇ ਮਤਲਬ ਬਰਗਾੜੀ ਕਾਂਡ ਦੇ ਉੱਤੇ ਨਾ ਸਿਰਫ ਬੋਲ ਰਹੇ ਆ, ਬਲਕਿ ਉੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਹੁਤ ਤਾਰੀਫ ਵੀ ਕਰ ਰਹੇ ਆ, ਹੈ ਨਾ। ਔਰ ਦੂਜਾ ਇੱਧਰ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਪੋਸਟ ਤੋਂ ਅਸਤੀਫਾ ਦੇ ਰਹੇ ਆ। ਸੋ ਇਹ ਦੋਨੋਂ ਕਿਤੇ ਨਾ ਕਿਤੇ ਹੋ ਸਕਦਾ ਹੈ ਜੁੜੀਆਂ ਹੋਣ, ਪਰ ਇਸ 'ਤੇ ਜਿਹੜਾ ਹਜੇ ਸਪਸ਼ਟ ਤੌਰ 'ਤੇ ਕੁਝ ਕਹਿਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਠੀਕ ਹੋਏਗਾ, ਪਰ ਇਹ ਇੰਨਾ ਕੁ ਮੈਨੂੰ ਜ਼ਰੂਰ ਯਕੀਨ ਹੈ ਕਿ ਇਹ ਸੰਯੋਗ ਨਹੀਂ ਹੈਗਾ। ਬਹੁਤ ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਲਈ, ਇੰਨੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ। ਏਸੀ ਪ੍ਰੋਗਰਾਮ ਸਪੈਸ਼ਲ ਰਿਪੋਰਟ, ਜਿਸ ਦੇ ਵਿੱਚ ਅਸੀਂ ਗੱਲਬਾਤ ਕੀਤੀ ਕਿ ਸਿੱਟ ਜਿਹੜੇ ਮੈਂਬਰ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ ਬਰਗਾੜੀ ਗੋਲੀकांड ਦੀ ਜਾਂਚ ਦੇ ਲਈ। ਕੁੰਵਰ ਵਿਜੇ ਪ੍ਰਤਾਪ ਜਿਹੜੇ ਉਸ ਦੇ ਮੈਂਬਰ ਸੀ, ਉਹਨਾਂ ਦੇ ਵੱਲੋਂ ਜਿਹੜਾ ਅਸਤੀਫਾ ਹੈ ਉਹ ਦੇ ਦਿੱਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਹੈ। ਔਰ ਦੂਜੇ ਪਾਸੇ ਬਰਗਾੜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਜਾ ਕੇ ਬੋਲਣਾ, ਇਹ ਦੋਵੇਂ ਘਟਨਾਵਾਂ ਆਪਸ ਦੇ ਵਿੱਚ ਸੰਜੋਗ ਹੋ ਸਕਦੀਆਂ ਨੇ। ਸਰ ਨੇ ਕਿਹਾ ਹੈ ਕਿ ਇਹ ਬਹੁਤ ਵੱਡੀਆਂ ਘਟਨਾਵਾਂ ਨੇ ਦੋਨੋਂ, ਔਰ ਦੋਨੋਂ ਇੱਕ ਮੁੱਦੇ ਨੂੰ ਲੈ ਕੇ ਜੁੜੀਆਂ ਹੋਈਆਂ ਨੇ। ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਵੀ ਜਿਹੜਾ ਤੂਫਾਨ ਹੈ, ਉਛਾਲ ਹੈ, ਉਹ ਆ ਸਕਦਾ ਹੈ। ਫਿਰ ਹਾਜ਼ਰ ਹੋਵਾਂਗੇ ਸਪੈਸ਼ਲ ਰਿਪੋਰਟ ਦੇ ਵਿੱਚ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।